Good morning, students. Today we will discuss about weather and climate. These concepts are important concepts of your lesson air. ਤਾਂ ਵੈਦਰ ਦਾ ਮਤਲਬ ਕੀ ਹੁੰਦਾ ਹੈ? ਮੌਸਮ। ਕਲਾਈਮੇਟ ਜਲਵਾਯੂ। ਠੀਕ ਹੈ, ਮੋਸਟਲੀ ਆਪਾਂ ਕਹਿ ਦਿੰਦੇ ਕਿ ਦੋਵੇਂ ਚੀਜ਼ਾਂ ਸੇਮ ਹੀ ਹੈ, ਪਰ ਇਹਨਾਂ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਰਾਜੇ। ਵੈਦਰ ਦਾ ਮਤਲਬ ਜਿਸ ਤਰ੍ਹਾਂ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਸਵੇਰੇ ਬਹੁਤ ਜ਼ਿਆਦਾ ਗਰਮੀ ਸੀ, ਦੁਪਹਿਰ ਦੇ ਟਾਈਮ 'ਤੇ ਬਾਰਿਸ਼ ਹੋ ਗਈ ਅਤੇ ਉਸ ਤੋਂ ਬਾਅਦ ਘੰਟਾ ਬਾਰਿਸ਼ ਹੋ ਗਈ ਆ, ਤਾਂ ਬਾਰਿਸ਼ ਹੋਣ ਤੋਂ 1 ਘੰਟਾ ਬਾਅਦ ਦੇ ਵਿੱਚ ਫਿਰ ਸਕਾਈ ਕਲੀਅਰ ਹੋ ਗਿਆ ਤਾਂ ਧੁੱਪ ਨਿਕਲ ਆਈ। ਇੱਕ ਦਿਨ ਦੇ ਵਿੱਚ 3 ਚੇਂਜ ਹੋਏ ਆ, ਤਾਂ ਉਹਨੂੰ ਅਸੀਂ ਕੀ ਕਹਾਂਗੇ? ਵੈਦਰ। ਥੋੜ੍ਹੇ ਜਿਹੇ ਟਾਈਮ ਤੋਂ ਬਾਅਦ ਹੀ ਜਦੋਂ ਮੌਸਮ ਚੇਂਜ ਹੋ ਜਾਂਦਾ ਹੈ ਤਾਂ ਉਹਨੂੰ ਅਸੀਂ ਵੈਦਰ ਕਹਿ ਦਿੰਦੇ ਹਾਂ। ਸਟੇਟ ਆਫ ਐਟਮੋਸਫੇਅਰ ਓਵਰ ਆ ਏਰੀਆ ਐਟ ਐਨੀ ਪੁਆਇੰਟ ਆਫ ਵਿਊ। ਐਨੀ ਪੁਆਇੰਟ ਆਫ ਵਿਊ, ਕਿਸੇ ਵੀ ਪੁਆਇੰਟ 'ਤੇ ਐਟਮੋਸਫੇਅਰ ਕੰਡੀਸ਼ਨ ਹੈ ਜਿਹੜੀ ਉਹ ਚੇਂਜ ਹੋ ਜਾਣਾ, ਉਹਨੂੰ ਅਸੀਂ ਵੈਦਰ ਕਹਿ ਦਿੰਦੇ ਹਾਂ। ਕਲਾਈਮੇਟ ਕੀ ਹੈ? ਸਮ ਟੋਟਲ ਆਫ ਵੈਦਰ ਕੰਡੀਸ਼ਨ। ਜੇ ਵੈਦਰ ਪੂਰੇ ਦਿਨ ਦੇ ਵਿੱਚ ਬਦਲ ਰਿਹਾ ਹੈ, ਕਿੰਨੇ ਵਾਰ ਬਦਲ ਰਿਹਾ ਹੈ, ਕਿਵੇਂ ਕਿਵੇਂ ਦਾ ਵੈਦਰ ਹੈ, ਤਾਂ ਉਹਨਾਂ ਸਾਰਿਆਂ ਦਾ ਟੋਟਲ ਹੈ ਜਿਹੜਾ, ਉਹਨੂੰ ਅਸੀਂ ਕਲਾਈਮੇਟ ਕਹਿੰਦੇ ਹਾਂ। ਕੰਡੀਸ਼ਨ ਐਂਡ ਵੇਰੀਏਸ਼ਨਸ ਓਵਰ ਅ ਲਾਰਜ ਏਰੀਆ ਫੋਰ ਲੌਂਗ ਪੀਰੀਅਡ ਆਫ ਟਾਈਮ। ਕਲਾਈਮੇਟ ਕੀ ਹੁੰਦਾ ਹੈ? ਜੋ ਬਹੁਤ ਟਾਈਮ ਤੋਂ ਲਗਾਤਾਰ ਜੋ ਚੱਲਿਆ ਆ ਰਿਹਾ ਹੈ, ਪ੍ਰੋਸੈਸ ਜੋ ਚੱਲਿਆ ਆ ਰਿਹਾ ਹੋਵੇ, ਉਹਨੂੰ ਅਸੀਂ ਕਲਾਈਮੇਟ ਕਹਿੰਦੇ ਹਾਂ। ਜਿਵੇਂ ਕਿ ਤੇ ਮੈਂ ਐਗਜ਼ਾਮਪਲ ਦੇਵਾਂਗੀ ਇੰਡੀਆ ਦੀ। ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ 6 ਮਹੀਨੇ ਤੱਕ ਗਰਮੀ ਹੁੰਦੀ ਹੈ, 6 ਮਹੀਨੇ ਤੱਕ ਸਰਦੀ ਪੈਂਦੀ ਹੈ। ਤਾਂ ਇਹ ਜੋ ਪ੍ਰੋਸੈਸ ਚੱਲਿਆ ਆ ਰਿਹਾ ਹੈ, ਇਹ ਕੋਈ ਅੱਜ ਦਾ ਨਹੀਂ, ਕੋਈ ਕੱਲ੍ਹ ਦਾ ਨਹੀਂ, ਇਹ ਲਗਾਤਾਰ 100 ਸਾਲ ਤੋਂ 50 ਸਾਲ ਤੋਂ 200 ਸਾਲ ਤੋਂ ਚੱਲਿਆ ਆ ਰਿਹਾ ਹੈ। ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਕਲਾਈਮੇਟ। ਜੋ ਲੌਂਗ ਪ੍ਰੋਸੀਜਰ ਹੋਵੇ, ਕੰਡੀਸ਼ਨ ਜੋ ਵੀ ਹੋਵੇ ਐਟਮੋਸਫੇਅਰ ਦੇ ਵਿੱਚ। ਵੈਦਰ ਕੀ ਹੈ? ਵੈਦਰ ਹੋ ਸਕਦਾ 10 ਮਿੰਟ ਬਾਅਦ ਚੇਂਜ ਹੋ ਜੇ, ਹੋ ਸਕਦਾ 15 ਮਿੰਟ ਬਾਅਦ ਚੇਂਜ ਹੋ ਜੇ। ਤਾਂ ਵੈਦਰ ਹੈ ਜਿਹੜਾ ਉਹ ਡੇ ਟੂ ਡੇ ਚੇਂਜ ਹੋ ਸਕਦਾ ਹੈ। ਕਲਾਈਮੇਟ ਹੈ ਇਹ ਲੌਂਗ ਪ੍ਰੋਸੈਸ ਹੁੰਦਾ ਹੈ, ਲਗਾਤਾਰ ਲੰਬੇ ਸਮੇਂ ਤੋਂ ਜੋ ਪ੍ਰੋਸੈਸ ਚੱਲਿਆ ਹੁੰਦਾ ਹੈ, ਉਹਨੂੰ ਅਸੀਂ ਕਲਾਈਮੇਟ ਕਹਿ ਦਿੰਦੇ ਹਾਂ, ਜਲਵਾਯੂ ਕਹਿ ਦਿੰਦੇ ਹਾਂ। ਸਪੋਜ਼ ਰਾਜਸਥਾਨ ਦੇ ਕਲਾਈਮੇਟ ਦੀ ਗੱਲ ਕਰਦੇ ਹਾਂ ਤਾਂ ਡਰਾਈ ਹੈ। ਕਿਉਂ? ਕਿਉਂਕਿ ਉੱਥੇ ਪਾਣੀ ਦੀ ਘਾਟ ਹੈ ਜਾਂ ਸੋਇਲ ਸੈਂਡੀ ਹੈ, ਗਰਮੀ ਜ਼ਿਆਦਾ ਰਹਿੰਦੀ ਹੈ। ਅਤੇ ਉਹਦੇ ਕੰਪੈਰੀਜ਼ਨ ਜੇ ਆਪਾਂ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਦਾ ਵੈਦਰ ਹੈ, ਕਲਾਈਮੇਟ ਹੈ ਜਿਹੜਾ ਉਹ ਕੂਲ ਹੈ, ਕਿਉਂਕਿ ਉੱਥੇ ਹਮੇਸ਼ਾ ਠੰਡ ਹੀ ਰਹਿੰਦੀ ਹੈ। ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦਾ ਕਲਾਈਮੇਟ ਮੌਨਸੂਨਲ ਟਾਈਪ ਕਲਾਈਮੇਟ ਹੈ, ਉਹ ਤੁਹਾਨੂੰ ਮੈਂ ਜਾ ਕੇ ਅੱਗੇ ਚੰਗੀ ਤਰ੍ਹਾਂ ਨਾਲ ਐਕਸਪਲੇਨ ਕਰੂੰਗੀ। ਦੈਨ ਆਪਾਂ ਗੱਲ ਕਰਦੇ ਹਾਂ ਜੋ ਰਿਸਪੋਂਸੀਬਲ ਫੈਕਟਰਸ ਆ ਵੈਦਰ ਅਤੇ ਕਲਾਈਮੇਟ ਦੇ ਬਣਨ ਦੇ ਵਿੱਚ, ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਕਿ ਸਹਾਇਕ ਹੁੰਦੀਆਂ ਹੈ, ਰਿਸਪੋਂਸੀਬਲ ਹੁੰਦੀਆਂ ਹੈ, ਹੈਲਪਫੁਲ ਹੁੰਦੀਆਂ ਹੈ। ਟੈਂਪਰੇਚਰ, ਹਿਊਮਿਡਿਟੀ, ਪ੍ਰੈਸਪੀਟੇਸ਼ਨ, ਐਟਮੋਸਫੇਰਿਕ ਪ੍ਰੈਸ਼ਰ। See this picture about elements of weather. Elements of weather, firstly ਆਪਾਂ ਪੜ੍ਹਿਆ ਸੀ ਟੈਂਪਰੇਚਰ। ਟੈਂਪਰੇਚਰ ਸਨ ਰੇਜ਼ ਆ ਜਿਹੜੀਆਂ ਉਹ ਜਦੋਂ ਆ ਰਹੀਆਂ ਹੈ ਤਾਂ ਟੈਂਪਰੇਚਰ ਵਧੂਗਾ। ਦੈਨ ਹੋ ਗਿਆ ਸੀ ਆਪਣੇ ਕੋਲ ਐਟਮੋਸਫੇਰਿਕ ਪ੍ਰੈਸ਼ਰ। ਜੋ ਵਿੰਡ ਹੈ ਤਾਂ ਵਿੰਡ ਦੇ ਵਿੱਚ ਐਟਮੋਸਫੇਰਿਕ ਪ੍ਰੈਸ਼ਰ ਹੋਊਗਾ, ਹਵਾ ਦਾ ਭਾਰ ਹੋਊਗਾ। ਦੈਨ ਆਪਣੇ ਕੋਲ ਆ ਗਏ ਸੀ ਕਲਾਊਡਸ, ਵਿੰਡ ਜੋ ਹਵਾ ਚੱਲ ਰਹੀ ਹੈ, ਕਲਾਊਡਸ ਹੋ ਗਏ। ਹਿਊਮਿਡਿਟੀ ਜੋ ਵਿੰਡ ਦੇ ਵਿੱਚ ਵਾਟਰ ਵੈਪਰਸ ਨੇ ਉਹਨਾਂ ਦੇ ਨਾਲ ਹਿਊਮਿਡਿਟੀ ਹੁੰਦੀ ਹੈ। ਪ੍ਰੈਸਪੀਟੇਸ਼ਨ ਜੇ ਰੇਨ ਹੋਊਗੀ, ਕਲਾਊਡਸ ਜੋ ਕੰਡੈਂਸੇਸ਼ਨ ਹੋਊਗੀ, ਉਸ ਤੋਂ ਬਾਅਦ ਜੇ ਰੇਨ ਹੋਊਗੀ ਤਾਂ ਉਹਨੂੰ ਅਸੀਂ ਜਿਹੜਾ ਹੈਗਾ ਇਹ ਹਿਊਮਿਡਿਟੀ ਕਹਿ ਦਿੰਦੇ ਹਾਂ। ਇਹ ਸਾਰੇ ਜੋ ਵੀ ਐਲੀਮੈਂਟਸ ਨੇ ਇਹ ਵੈਦਰ ਦੇ ਐਲੀਮੈਂਟਸ ਨੇ, ਐਟਮੋਸਫੇਅਰ ਦੇ ਵਿੱਚ ਜੋ ਇਹ ਚੀਜ਼ਾਂ ਮੌਜੂਦ ਹੁੰਦੀਆਂ ਹੈ, ਜਿਨ੍ਹਾਂ ਦੇ ਕਰਕੇ ਵੈਦਰ ਕਲਾਈਮੇਟ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਟੈਂਪਰੇਚਰ, ਜੇ ਸਨਰੇਜ਼ ਆ ਰਹੀਆਂ ਹੈ, ਗਰਮੀ ਜ਼ਿਆਦਾ ਹੋਊਗੀ, ਟੈਂਪਰੇਚਰ ਉਹਦੇ ਨਾਲ ਵਧੂਗਾ ਤਾਂ ਵੀ ਕਲਾਈਮੇਟ 'ਤੇ ਵੈਦਰ 'ਤੇ ਇਫੈਕਟ ਪਊਗਾ। ਜੇ ਘਟ ਜਾਂਦਾ ਹੈ, ਜਿੰਨਾ ਏਰੀਆ ਦੇ ਵਿੱਚ ਘੱਟ ਹੁੰਦਾ ਹੈ ਟੈਂਪਰੇਚਰ, ਉਹਨਾਂ ਦਾ ਵੀ ਇਸ ਕਲਾਈਮੇਟ 'ਤੇ ਵੈਦਰ 'ਤੇ ਇਫੈਕਟ ਪੈਂਦਾ ਹੈ। ਹਿਊਮਿਡਿਟੀ, ਨਮੀ ਜਿੰਨੀ ਕੁ ਜ਼ਿਆਦਾ ਹੋਊਗੀ ਹਵਾ ਦੇ ਵਿੱਚ, ਉਸ ਤਰੀਕੇ ਨਾਲ ਹੀ ਜੋ ਐਟਮੋਸਫੇਰਿਕ ਪ੍ਰੈਸ਼ਰ ਹੋਊਗਾ, ਹਵਾ ਦਾ ਭਾਰ ਹੋਊਗਾ। ਪ੍ਰੈਸਪੀਟੇਸ਼ਨ, ਜਿਸ ਏਰੀਏ ਦੇ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉਹਨਾਂ ਏਰੀਆ ਦਾ ਕਲਾਈਮੇਟ ਵੈਦਰ ਉਸ ਤਰੀਕੇ ਦਾ ਹੋਊਗਾ। ਜਿਵੇਂ ਅਸਾਮ ਦੀ ਗੱਲ ਕਰ ਲੈਂਦੇ ਹਾਂ, ਮਨਸਾਰਾਮ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉੱਥੋਂ ਦਾ ਕਲਾਈਮੇਟ ਉਸ ਤਰੀਕੇ ਦਾ ਹੋਊਗਾ। ਕੇਰਲਾ ਮੋਸਟਲੀ ਵੈਟ ਰਹਿੰਦਾ ਹੈ, ਬਾਰਿਸ਼ ਹੁੰਦੀ ਹੈ ਇੱਥੇ ਹਲਕੀ, ਤਾਂ ਉਸ ਏਰੀਏ ਦਾ ਕਲਾਈਮੇਟ ਵੈਦਰ ਵੀ ਪ੍ਰੈਸਪੀਟੇਸ਼ਨ ਦੇ ਅਕੋਰਡਿੰਗ ਹੀ ਬਣਿਆ ਹੋਊਗਾ।
ਨੈਕਸਟ ਗੱਲ ਕਰਦੇ ਆ ਐਟਮੋਸਫੇਰਿਕ ਪ੍ਰੈਸ਼ਰ ਦੀ, ਹਵਾ ਦਾ ਭਾਰ। ਹਵਾ ਦੇ ਵਿੱਚ ਵੀ ਭਾਰ ਹੁੰਦਾ ਹੈ ਤਾਂ ਇਹਦੀ ਡਿਟੇਲ ਡਿਸਕਸ਼ਨ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਉਹਦੇ ਵਿੱਚ ਮੈਂ ਤੁਹਾਨੂੰ ਸਿਰਫ ਐਟਮੋਸਫੇਰਿਕ ਪ੍ਰੈਸ਼ਰ ਦੇ ਬਾਰੇ ਸਮਝਾਉਂਗੀ, ਤਾਂ ਅੱਜ ਇਹਨੂੰ ਸਿਰਫ ਇੱਕ ਐਲੀਮੈਂਟ ਦੇ ਤੌਰ 'ਤੇ ਆਪਾਂ ਗੱਲ ਕਰ ਰਹੇ ਹਾਂ। ਨੈਕਸਟ ਚੱਲਦੇ ਹਾਂ, ਕਲਾਈਮੇਟ ਹੈ ਜਿਹੜਾ ਵੈਦਰ ਕੰਡੀਸ਼ਨ ਮੋਰ ਦੈਨ 30 ਈਅਰ। ਕਲਾਈਮੇਟ ਕੀ ਹੁੰਦਾ ਹੈ ਕਿ ਪੁਰਾਣੇ ਹੋ ਸਕਦਾ ਹੈ 30 ਸਾਲ ਤੋਂ, 50 ਸਾਲ ਤੋਂ, 100 ਸਾਲ ਤੋਂ ਜੋ ਵੀ ਵੈਦਰ ਦੀ ਕੰਡੀਸ਼ਨ ਚੱਲੀ ਆ ਰਹੀ ਹੈ, ਮੌਸਮੀ ਜੋ ਵੀ ਹਾਲਾਤ ਨੇ ਉਹਨਾਂ ਦੇ ਟੋਟਲ ਨੂੰ ਅਸੀਂ ਕਲਾਈਮੇਟ ਕਹਿ ਦਿੰਦੇ ਹਾਂ, ਜਲਵਾਯੂ ਕਹਿ ਦਿੰਦੇ ਹਾਂ। ਵੈਦਰ ਡੇ ਟੂ ਡੇ ਫਿਨੋਮੀਨਾ, ਇੱਕ ਦਿਨ ਦੇ ਵਿੱਚ ਡੇ ਟੂ ਡੇ ਦਾ ਜੋ ਵੀ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਵੈਦਰ ਦੀ, ਮੌਸਮ, ਉਹਨੂੰ ਅਸੀਂ ਮੌਸਮ ਕਹਿੰਦੇ ਹਾਂ। ਜੋ ਵੀ ਇਨਫੋਰਮੇਸ਼ਨ ਸਾਨੂੰ ਡੇ ਟੂ ਡੇ ਦੀ ਮਿਲਦੀ ਹੈ, ਕੀ ਚੇਂਜਸ ਹੋ ਰਹੇ ਆ, ਅਤੇ ਹੋ ਸਕਦਾ ਇਹ ਚੇਂਜਸ 1 ਘੰਟੇ ਬਾਅਦ, 2 ਘੰਟੇ ਬਾਅਦ, 1 ਦਿਨ ਬਾਅਦ ਚੇਂਜ ਹੋਣ। ਨਾਓ ਵੀ ਡਿਸਕਸ ਅਬਾਊਟ ਇੰਸਟਰੂਮੈਂਟਸ ਟੂ ਮੈਜ਼ਰ ਵੈਦਰ। ਵੈਦਰ ਨੂੰ ਨਾਪਣ ਵਾਲੇ ਜੋ ਇੰਸਟਰੂਮੈਂਟ ਨੇ, ਯੰਤਰ ਨੇ, ਉਹਨਾਂ ਦੀ ਗੱਲ ਕਰਾਂਗੇ। ਮੈਟਰੋਲੋਜੀ ਇਸ ਤਰ੍ਹਾਂ ਦੀ ਸਾਇੰਸ ਹੈ ਰਾਜੇ ਜਿਹਦੇ ਵਿੱਚ ਕਿ ਵੈਦਰ ਦੇ ਬਾਰੇ ਸਟੱਡੀ ਕੀਤੀ ਜਾਂਦੀ ਹੈ, ਅਤੇ ਜੋ ਵੈਦਰ ਦੇ ਬਾਰੇ ਸਟੱਡੀ ਕਰਦੇ ਆ ਸਾਇੰਟਿਸਟ, ਉਹਨਾਂ ਨੂੰ ਮੈਟਰੋਲੋਜਿਸਟ ਕਿਹਾ ਜਾਂਦਾ ਹੈ। ਕਲੀਅਰ। ਅੱਗੇ ਗੱਲ ਕਰਦੇ ਹਾਂ ਜੋ ਇੰਸਟਰੂਮੈਂਟਸ ਨੇ, ਥਰਮੋਮੀਟਰ, ਬੈਰੋਮੀਟਰ, ਵਿੰਡ ਵੇਨ, ਅਨੇਮੋਮੀਟਰ, ਰੇਨ ਗੇਜ, ਹਾਈਡਰੋਗ੍ਰਾਫ। ਫਸਟਲੀ ਗੱਲ ਕਰਾਂਗੇ ਥਰਮੋਮੀਟਰ ਦੀ। ਥਰਮੋਮੀਟਰ ਹੈ ਜਿਹੜਾ, 2 ਤਰ੍ਹਾਂ ਦੇ ਥਰਮੋਮੀਟਰ ਹੁੰਦੇ ਆ ਰਾਜੇ। ਫਸਟਲੀ ਜਿਹੜਾ ਕਿ ਐਟਮੋਸਫੇਅਰ ਦੇ ਟੈਂਪਰੇਚਰ ਨੂੰ ਮਾਪਣ ਦੇ ਵਾਸਤੇ ਵਰਤਿਆ ਜਾਂਦਾ ਹੈ। ਦੂਸਰਾ ਜੋ ਥਰਮੋਮੀਟਰ ਹੁੰਦਾ ਹੈ ਉਹ ਹਿਊਮਨ ਟੈਂਪਰੇਚਰ ਹੈ ਜਿਹੜਾ, ਹਿਊਮਨ ਬੋਡੀ ਦਾ ਜਿਹੜਾ ਟੈਂਪਰੇਚਰ ਆ ਉਹਨੂੰ ਮਾਪਣ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਹਰੇਕ ਚੀਜ਼ ਨੂੰ ਜਿਵੇਂ ਆਪਾਂ ਲੈਂਥ ਹੈ ਜੋ ਕਿਸੇ ਵੀ ਚੀਜ਼ ਦੀ, ਤਾਂ ਉਹਨੂੰ ਆਪਾਂ ਇੰਚ ਦੇ ਵਿੱਚ ਮਿਲ ਲੈਂਦੇ ਹਾਂ, ਠੀਕ ਹੈ, ਮੀਟਰ ਦੇ ਵਿੱਚ ਮਿਲ ਲੈਂਦੇ ਹਾਂ। ਉਸੇ ਤਰ੍ਹਾਂ ਹੀ ਹਰੇਕ ਚੀਜ਼ ਨੂੰ ਮਾਪਣ ਦੇ ਵਾਸਤੇ ਯੂਨਿਟ ਹੁੰਦੇ ਆ, ਇਕਾਈਆਂ ਹੁੰਦੀਆਂ। ਥਰਮੋਮੀਟਰ ਨੂੰ ਮਾਪਣ ਦੇ ਵਾਸਤੇ ਡਿਗਰੀ ਸੈਲਸੀਅਸ ਅਤੇ ਫਾਰਨਹੀਟ 2 ਯੂਨਿਟ ਵਰਤੇ ਜਾਂਦੇ ਆ। ਨੈਕਸਟ ਆਉਂਦਾ ਆਪਣੇ ਕੋਲੇ ਸਟੀਵਨਸਨਜ਼ ਸਕਰੀਨ। ਇਹਦਾ ਕੀ ਕੰਮ ਹੈ? ਇਹ ਪ੍ਰੋਟੈਕਟ ਕਰਦੀ ਹੈ ਥਰਮੋਮੀਟਰ ਨੂੰ ਫਰੋਮ ਡਾਇਰੈਕਟ ਸਨ ਰੇਜ਼ ਤੋਂ, ਸੂਰਜ ਦੀਆਂ ਕਿਰਨਾਂ ਤੋਂ। ਥਰਮੋਮੀਟਰ ਦੀ ਨੈਕਸਟ ਟਾਈਪ ਹੈ ਜਿਹੜੀ 6 ਮੈਕਸੀਮਮ ਐਂਡ ਮਿਨੀਮਮ ਥਰਮੋਮੀਟਰ। ਇਹ ਥਰਮੋਮੀਟਰ ਇੱਕ ਦਿਨ ਦਾ ਜੋ ਹਾਈਐਸਟ ਟੈਂਪਰੇਚਰ ਅਤੇ ਲੋਐਸਟ ਟੈਂਪਰੇਚਰ ਉਹਨੂੰ ਮੈਜ਼ਰ ਕਰਦਾ ਹੈ। See the picture of first instrument which is thermometer। ਬਟ ਇਹ ਵਾਲਾ ਹੈ ਸੈਂਟੀਗ੍ਰੇਡ ਥਰਮੋਮੀਟਰ, ਜੋ ਫਾਰਨਹੀਟ ਇਹਦੇ 2 ਯੂਨਿਟ ਦੇ ਨਾਲ ਥਰਮੋਮੀਟਰ ਦੇ ਵਿੱਚ ਜਿਹੜਾ ਹੈਗਾ ਹੈ ਟੈਂਪਰੇਚਰ ਨੂੰ ਮੈਜ਼ਰ ਕੀਤਾ ਗਿਆ ਹੈ। ਅੱਗੇ ਆ ਗਿਆ 6 ਮੈਕਸੀਮਮ ਅਤੇ ਮਿਨੀਮਮ ਥਰਮੋਮੀਟਰ ਹੈ, ਜਿਹੜਾ ਕਿ ਆਪਾਂ ਨੂੰ ਜਿਹੜਾ ਹੈਗਾ ਇਹ 1 ਡੇ ਦਾ ਹਾਈਐਸਟ ਅਤੇ ਲੋਐਸਟ ਟੈਂਪਰੇਚਰ ਹੈ ਜਿਹੜਾ ਉਹ ਰਿਕਾਰਡ ਕੀਤਾ ਜਾਂਦਾ ਇਹਦੇ ਵਿੱਚ। ਕਲੀਅਰ। ਨੈਕਸਟ ਇੰਸਟਰੂਮੈਂਟ ਵਿਚ ਇਜ਼ ਬੈਰੋਮੀਟਰ। ਬੈਰੋਮੀਟਰ ਏਅਰ ਪ੍ਰੈਸ਼ਰ ਨੂੰ ਮੈਜ਼ਰ ਕਰਨ ਦੇ ਵਾਸਤੇ ਵਰਤਿਆ ਜਾਂਦਾ ਹੈ। ਹਵਾ ਦਾ ਜੋ ਵੇਟ ਹੈ ਉਹਨੂੰ ਮਾਪਣ ਦੇ ਵਾਸਤੇ ਵਰਤਿਆ ਜਾਂਦਾ ਹੈ। ਇਹਦਾ ਯੂਨਿਟ MB, ਜਿਹਨੂੰ ਕਿ ਅਸੀਂ ਮਿਲੀਬਾਰ ਵੀ ਕਹਿੰਦੇ ਹਾਂ। ਹੁਣ ਮੈਂ ਤੈਨੂੰ ਬੈਰੋਮੀਟਰ ਵੀ ਪਿਕਚਰ ਦੇ ਨਾਲ ਕਲੀਅਰ ਕਰਦੀ ਹਾਂ। ਸੀ ਦਿਸ ਇਜ਼ ਬੈਰੋਮੀਟਰ। ਬੇਟੇ ਹਵਾ ਦੇ ਜੋ ਵੇਟ ਹੈ ਉਹਨੂੰ ਮਾਪਣ ਦੇ ਵਾਸਤੇ ਆਪਾਂ ਬੈਰੋਮੀਟਰ ਨੂੰ ਯੂਜ਼ ਕਰਦੇ ਹਾਂ। ਬੈਰੋਮੀਟਰ ਦੇ ਵਿੱਚ ਕਲੌਕ ਵਾਂਗੂ ਨੀਡਲਸ ਲੱਗੀਆਂ ਹੁੰਦੀਆਂ ਹੈ, 2 ਸੂਈਆਂ ਲੱਗੀਆਂ ਹੋਈਆਂ ਹੈ, ਠੀਕ ਹੈ। ਜੇਕਰ ਇਹ ਬਿਲੋ ਜਾਂਦੀਆਂ ਹੈ, ਨੀਚੇ ਵਾਲੇ ਪਾਸੇ ਨੂੰ ਜਾਂਦੀਆਂ ਹੈ, ਤਾਂ ਉੱਥੇ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਰੇਨ ਹੋ ਸਕਦੀ ਹੈ, ਹੈਵੀ ਸਟਰੋਮ ਆ ਸਕਦੇ ਆ, ਮਤਲਬ ਮੌਸਮ ਹੈ ਜਿਹੜਾ ਉਹ ਕਲੀਅਰ ਨਹੀਂ ਹੈਗਾ। ਆਹ ਵਾਲਾ ਪੁਆਇੰਟ ਹੈ ਜਿਹੜਾ ਇਹਦਾ ਚੇਂਜ ਦਾ ਪੁਆਇੰਟ ਹੈ, ਵੀ ਇੱਥੋਂ ਜੇ ਉੱਪਰ ਵਾਲੇ ਪਾਸੇ ਨੂੰ ਸੂਈਆਂ ਜਾਣਗੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਦੇ ਵਿੱਚ ਹੁਣ ਚੇਂਜ ਆਊਗਾ। ਇੱਥੇ ਕੀ ਹੈ ਵੀ ਸਕਾਈ ਹੈ ਜਿਹੜਾ ਉਹ ਫੇਅਰ ਹੋ ਚੁੱਕਿਆ, ਕਲੀਅਰ ਹੋ ਚੁੱਕਿਆ ਹੈ, ਡਰਾਈ ਹੈ, ਕੋਈ ਇੱਥੇ ਜੋ ਰੇਨ ਦੀ ਪੋਸੀਬਿਲਿਟੀ ਨਹੀਂ ਹੈਗੀ ਜਾਂ ਕੋਈ ਸਟਰੋਮ ਵਗੈਰਾ ਦੀ ਪੋਸੀਬਿਲਿਟੀ ਨਹੀਂ ਹੈਗੀ। ਤਾਂ ਅੱਪਰ ਏਰੀਏ ਦੇ ਵਿੱਚ ਜਾਊਗੀ ਜੇ ਇਹ ਸੂਈ ਤਾਂ ਇੱਥੇ ਕਲੈਰਿਟੀ ਆਊਗੀ ਆਪਾਂ ਨੂੰ, ਅਤੇ ਜੇ ਬਲੋ ਵਾਲੇ ਪਾਸੇ ਨੂੰ ਜਾਣੀ ਹੈ ਜਿਸ ਏਰੀਏ ਦੇ ਵਿੱਚ, ਉੱਥੇ ਰੇਨ ਸਟਰੋਮ ਇਹਨਾਂ ਦੀ ਪੋਸੀਬਿਲਿਟੀ ਹੋ ਸਕਦੀ ਹੈ, ਠੀਕ ਹੈ। ਤਾਂ ਜੋ ਆਪਣਾ ਪ੍ਰੈਸ਼ਰ ਹੈ ਹਵਾ ਦਾ, ਉਹਨੂੰ ਇਸ ਚੀਜ਼ ਦੇ ਨਾਲ, ਬੈਰੋਮੀਟਰ ਦੇ ਨਾਲ, ਇਸ ਇੰਸਟਰੂਮੈਂਟ ਦੇ ਨਾਲ ਮਾਪ ਸਕਦੇ ਹਾਂ, ਆਪਾਂ ਮੈਜ਼ਰ ਕਰ ਸਕਦੇ ਹਾਂ। ਨੈਕਸਟ ਹੈ ਅਨੇਮੋਮੀਟਰ। ਅਨੇਮੋਮੀਟਰ ਯੂਜ਼ ਟੂ ਮੈਜ਼ਰ ਦਾ ਸਪੀਡ ਆਫ ਵਿੰਡ, ਵੈਲੋਸਿਟੀ ਆਫ ਵਿੰਡ। ਵਿੰਡ ਦੀ ਸਪੀਡ ਕਿੰਨੀ ਹੈ, ਕਿਸ ਸਪੀਡ ਨਾਲ ਉਹ ਜਾ ਰਹੀ ਹੈ, ਤਾਂ ਉਸ ਚੀਜ਼ ਨੂੰ ਆਪਾਂ ਅਨੇਮੋਮੀਟਰ ਦੇ ਨਾਲ ਮੈਜ਼ਰ ਕਰ ਸਕਦੇ ਹਾਂ। ਇਹਦਾ ਯੂਨਿਟ ਕੀ ਹੁੰਦਾ ਹੈ? ਕਿਲੋਮੀਟਰ ਵੀ ਹੋ ਸਕਦਾ ਅਤੇ ਨੋਟਸ ਵੀ ਹੋ ਸਕਦਾ ਹੈ। ਸੀ ਦ ਪਿਕਚਰ ਆਫ ਅਨੇਮੋਮੀਟਰ।
ਹਾਂਜੀ ਇਹਦੇ ਆਹ ਵਾਲੇ ਆ ਜਿਹੜੇ ਇਹ ਕੱਪਸ ਲੱਗੇ ਹੋਏ ਹੁੰਦੇ ਆ, ਤਾਂ ਇਹਨਾਂ ਕੱਪਸ ਦੀ ਹੈਲਪ ਦੇ ਨਾਲ ਜਿਹੜਾ ਹੈਗਾ ਏ ਆਪਾਂ ਨੂੰ ਵਿੰਡ ਦੀ ਸਪੀਡ ਦਾ ਪਤਾ ਲੱਗਦਾ ਏ। ਨੈਕਸਟ ਇੰਸਟਰੂਮੈਂਟ ਵਿਚ ਇਜ਼ ਰੇਨ ਗੇਜ। ਰੇਨ ਗੇਜ ਨਾਮ ਤੋਂ ਹੀ ਸ਼ੋ ਹੋਈ ਜਾਂਦਾ ਕਿ ਯੂਜ਼ ਟੂ ਮੈਜ਼ਰ ਰੇਨਫਾਲ। ਰੇਨਫਾਲ ਨੂੰ ਮੈਜ਼ਰ ਕਰਨ ਦੇ ਵਿੱਚ ਵਰਖਾ ਕਿੰਨੇ ਸੈਂਟੀਮੀਟਰ ਤੱਕ, ਕਿੰਨੇ ਮਿਲੀਮੀਟਰ ਤੱਕ ਹੋਈ ਹੈ, ਉਸ ਚੀਜ਼ ਨੂੰ ਮਾਪਣ ਦੇ ਵਿੱਚ ਇਹ ਇੰਸਟਰੂਮੈਂਟ ਸਾਡੀ ਹੈਲਪ ਕਰਦਾ ਹੈ। ਯੂਨਿਟ ਇਹਦਾ ਕੀ ਹੋ ਸਕਦਾ ਹੈ, ਮਿਲੀਮੀਟਰ ਵੀ ਹੋ ਸਕਦਾ ਹੈ, ਸੈਂਟੀਮੀਟਰ ਵੀ ਹੋ ਸਕਦਾ ਹੈ। ਸੀ ਦਾ ਪਿਕਚਰ ਆਫ ਰੇਨ ਗੇਜ। ਇਸ ਇੰਸਟਰੂਮੈਂਟ ਦੀ ਹੈਲਪ ਦੇ ਨਾਲ ਆਪਾਂ ਰੇਨਫਾਲ ਨੂੰ ਮੈਜ਼ਰ ਕਰ ਸਕਦੇ ਹਾਂ। ਨੈਕਸਟ ਵਿੰਡ ਵੇਨ ਵਿੱਚ ਆਈ ਸਕਿਪ ਕੀਤਾ ਸੀ ਮੈਂ ਇਸ ਨੂੰ ਪਹਿਲਾਂ। ਵਿੰਡ ਵੇਨ ਇਟ ਹੈਲਪ ਟੂ ਫਾਈਂਡ ਵਿੰਡ ਡਾਇਰੈਕਸ਼ਨ। ਵਿੰਡ ਦੀ ਡਾਇਰੈਕਸ਼ਨ ਕੀ ਹੈ, ਕਿੱਧਰੋਂ ਵਿੰਡ ਆ ਰਹੀ ਹੈ, ਹਵਾ ਸਾਊਥ, ਨਾਰਥ, ਈਸਟ, ਵੈਸਟ ਕਿੱਧਰੋਂ ਆ ਰਹੀ ਹੈ, ਉਸ ਚੀਜ਼ ਨੂੰ ਜਿਹੜਾ ਹੈਗਾ ਮੈਜ਼ਰ ਕਰਨ ਦੇ ਵਾਸਤੇ ਵਿੰਡ ਵੇਨ ਇੰਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ। ਦੇਖੋ ਇਸ ਤਰ੍ਹਾਂ ਦਾ ਇੰਸਟਰੂਮੈਂਟ ਹੁੰਦਾ ਹੈ ਵਿੰਡ ਵੇਨ। ਸਾਊਥ, ਨਾਰਥ, ਵੈਸਟ, ਈਸਟ ਇਹ ਸਾਰੀਆਂ ਜੋ ਡਾਇਰੈਕਸ਼ਨਸ ਇਹਦੇ ਦਿੱਤੀਆਂ ਹੋਈਆਂ ਹੈ ਨਾ, ਜਾਂ ਹੋ ਸਕਦਾ ਹੈ ਕਈ ਵਾਰ ਇਸ ਇੰਸਟਰੂਮੈਂਟ 'ਤੇ ਐਰੋ ਦੇ ਸਾਈਨ ਵੀ ਲੱਗੇ ਹੋਏ ਹੁੰਦੇ ਆ, ਠੀਕ ਹੈ। ਤਾਂ ਜਿੱਧਰੋਂ ਜਿਹੜੀ ਹੈਗੀ ਆ ਵਿੰਡ ਆ ਰਹੀ ਹੈ ਉਸ ਏਰੀਏ ਨੂੰ ਆਪਾਂ ਵਿੰਡ ਜੋ ਹੈਗਾ ਡਾਇਰੈਕਸ਼ਨ ਮੰਨਾਂਗੇ ਵੀ ਇਹ ਡਾਇਰੈਕਸ਼ਨ ਆ, ਨਾ ਕਿ ਜਿਹੜੇ ਪਾਸੇ ਨੂੰ ਜਾ ਰਹੀ ਹੈ, ਠੀਕ ਹੈ। ਉਹ ਡਾਇਰੈਕਸ਼ਨ ਨਹੀਂ ਹੋ ਸਕਦੀ। ਕਮਿੰਗ ਵਿੰਡ, ਜਿੱਧਰੋਂ ਕਿ ਵਿੰਡ ਆ ਰਹੀ ਹੈ ਉਸ ਨੂੰ ਆਪਾਂ ਜਿਹੜਾ ਹੈਗਾ ਇਹ ਡਾਇਰੈਕਸ਼ਨ ਮੰਨਾਂਗੇ। ਉਹਦੀ ਮੰਨ ਲਓ ਕਿ ਵੈਸਟ ਤੋਂ ਆ ਰਹੀ ਹੈ, ਈਸਟ ਨੂੰ ਜਾ ਰਹੀ ਹੈ, ਠੀਕ ਹੈ। ਤਾਂ ਉਦੋਂ ਆਪਾਂ ਇਹ ਨਹੀਂ ਕਹਾਂਗੇ ਕਿ ਈਸਟਰਲੀ ਵਿੰਡ ਹੈ, ਨੋ, ਆਪਾਂ ਕਹਾਂਗੇ ਵੈਸਟਰਲੀ ਵਿੰਡ ਆ, ਵੈਸਟ ਸਾਈਡ ਤੋਂ ਆ ਰਹੀ ਹੈ। ਤੇ ਲਾਸਟ ਇੰਸਟਰੂਮੈਂਟ ਹੈ ਹਾਈਟੋਗ੍ਰਾਫ। ਹਾਈਟੋਗ੍ਰਾਫ ਕੀ ਹੈ, ਇਟ ਪ੍ਰੋਵਾਈਡ ਕੰਟੀਨਿਊਸ ਰਿਕਾਰਡ ਆਫ ਰੇਨਫਾਲ। ਜੋ ਕੰਟੀਨਿਊਸ ਰੇਨਫਾਲ ਦਾ ਰਿਕਾਰਡ ਰਿਹਾ ਹੈ ਪਿਛਲੇ ਸਾਲਾਂ ਦੇ ਦੌਰਾਨ, ਤਾਂ ਉਸ ਚੀਜ਼ ਨੂੰ ਅਸੀਂ ਕਿਵੇਂ ਮਾਪ ਸਕਦੇ ਹਾਂ, ਹਾਈਟੋਗ੍ਰਾਫ ਦੇ ਨਾਲ। ਸੀ ਦਾ ਪਿਕਚਰ ਆਫ ਹਾਈਟੋਗ੍ਰਾਫ। ਬੇਟੇ ਅੱਜ ਆਪਾਂ ਗੱਲ ਕੀਤੀ ਹੈ ਕਲਾਈਮੇਟ ਤੇ ਵੈਦਰ। ਕਲਾਈਮੇਟ ਕੀ ਹੁੰਦਾ, ਵੈਦਰ ਕੀ ਹੁੰਦਾ, ਅਤੇ ਉਸ ਚੀਜ਼ ਨੂੰ ਮਾਪਣ ਦੇ ਵਾਸਤੇ ਜੋ ਇੰਸਟਰੂਮੈਂਟ ਯੂਜ਼ ਕੀਤੇ ਜਾਂਦੇ ਆ ਉਹਨਾਂ ਦੀ ਗੱਲ ਕੀਤੀ ਹੈ, ਠੀਕ ਹੈ। ਆਈ ਹੋਪ ਯੂ ਵਿਲ ਅੰਡਰਸਟੈਂਡ ਦਿਸ ਟੋਪਿਕ। ਥੈਂਕਸ, ਹੈਵ ਅ ਨਾਈਸ ਡੇ।